ਅਭੁੱਲ ਜਾਦਾਂ ਭਾਗ ਛੇਵਾਂ। ਗਿਆਨੀ ਸੋਹਣ ਸਿੰਘ ਸੀਤਲ। ਫੁੱਲਾਂ ਥੱਲੇ ਅੰਗਿਆਰ, ਦੋ ਸਤਜੁਗੀ ਦੇਵੀਆਂ, ਲੜਕੀ ਵਾਸਤੇ ਅਰਦਾਸ ਅਤੇ ਰਾਗੀਆਂ ਦੀਆਂ ਕਮਜ਼ੋਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੁੱਲਾਂ ਥੱਲੇ ਅੰਗਿਆਰ। ਸਾਡਾ ਢਾਡੀ ਜਥਾ ਵਾਵਾ ਤੁਰ ਪਿਆ। ਲੋਕ ਸਾਨੂੰ ਸੱਦਣ ਲੱਗ ਪਏ। ਬਿਨਾਂ ਬੁਲਾਇਆ ਅਸੀਂ ਤਰਨ ਤਾਰਨ ਮੱਸਿਆ ਤੇ ਜਾਂ ਅੰਮ੍ਰਿਤਸਰ ਦੀਵਾਲੀ ਤੇ ਹੀ ਜਾਂਦੇ। ਲੋਕਾਂ ਨਾਲ ਜਾਣ ਪਛਾਣ ਦਾ ਇਹ ਚੰਗਾ ਸਾਧਨ ਸੀ। ਪੰਜਾਬ ਵਿੱਚ ਕਈ ਥਾਈਂ ਹੋਲਾ ਮਹੱਲਾ ਮਨਾਇਆ ਜਾਂਦਾ ਸੀ। ਲਗਾਤਾਰ 7-8 ਦਿਨ ਦੀਵਾਨ ਰਹਿਣਾ। ਪਹਿਲਾ ਹੋਲਾ ਅਸਾਂ ਨਗਰ ਪੜਾਣਾ, ਜ਼ਿਲ੍ਹਾ ਲਾਹੌਰ, ਹੁਣ ਪਾਕਿਸਤਾਨ ਵਿੱਚ ਮਨਾਇਆ। ਮੇਰੀ ਜੀਵਨ ਸਾਥਣ ਦੇ ਵਡੇਰੇ ਕਦੇ ਉਸੇ ਪੜਾਣੇ ਵਿੱਚੋਂ ਆਏ ਸਨ ਜਿਨ੍ਹਾਂ ਘਰਾਂ ਕੋਲ ਉੱਥੇ ਜ਼ਮੀਨ ਘਟ ਗਈ। ਉਹਨਾਂ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਨਵਾਂ ਨਗਰ ਪੜਾਣਾ ਆ ਵਸਾਇਆ। ਸਾਡੇ ਵਿਚੋਲੇ ਬਾਬਾ ਧਿਆਨ ਦਾਸ ਜੀ ਪਹਿਲੇ ਪੜਾਣੇ ਦੇ ਇੱਕ ਡੇਰੇ ਦੇ ਮਹੰਤ ਸਨ। ਉਹਨਾਂ ਰਾਹੀਂ ਉਸ ਨਗਰ ਦੇ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਸਨ। ਸਾਡਾ ਗਾਉਣ ਦਾ ਤੇ ਵਿਆਖਿਆ ਦਾ ਢੰਗ ਬਿਲਕੁਲ ਨਵਾਂ ਸੀ, ਸੋ ਸਟੇਜ ਉੱਤੇ ਸੰਗਤਾਂ ਨੇ ਸਾਨੂੰ ਬਹੁਤ ਪਸੰਦ ਕੀਤਾ। ਮੈਂ ਸਮਝਦਾ ਹਾਂ ਕਿ ਰਿਸ਼ਤੇਦਾਰੀ ਦਾ ਵੀ ਲੋਕਾਂ ਉੱਤੇ ਕੁਝ ਅਸਰ ਸੀ। ਇੱਕ ਸ਼ਾਮ ਨੂੰ ਸਾਨੂੰ ਇੱਕ ਮਾਈ ਨੇ ਜਲ ਪਾਣੀ ਛਕਣ ਵਾਸਤੇ ਘਰ ਬੁਲਾਇਆ। ਨਾਮ ਯਾਦ ਨਹੀਂ ਰਿਹਾ, ਤੇ ਯਾਦ ਹੋਵੇ ਵੀ ਤਾਂ ਮੈਂ ਕਿਹੜਾ ਕਿਸੇ ਨੂੰ ਦੱਸਣ ਲੱਗਾ ਸਾਂ। ਸਾਡੇ ਛਕਣ ਵਾਸਤੇ ਦੁੱਧ ਤੇ ਮਠਿਆਈ ਵਾਧੂ ਸੀ। ਉਚੇਚੀ ਗੱਲ ਇਹ ਸੀ ਕਿ ਉਦਾਲੇ 7-8 ਮੁਟਿਆਰਾਂ ਵੀ ਖੜੀਆਂ ਸਨ। ਅਸੀਂ ਕੁਰਸੀਆਂ ਤੇ ਜਾ ਬੈਠੇ। ਸਾਡੇ ਸਾਹਮਣੇ ਉਹ ਬਜ਼ੁਰਗ ਮਾਈ ਵੀ ਇੱਕ ਕੁਰਸੀ ਤੇ ਬੈਠੀ ਸੀ। ਉਮਰ 50 ਤੋਂ ਉੱਪਰ ਹੀ ਹੋਵੇਗੀ। ਬੜਾ ਰੋਬ ਵਾਲਾ ਚਿਹਰਾ, ਪਰ ਕੁਮਲਾਇਆ ਹੋਇਆ। ਜਲ ਪਾਣੀ ਛਕ ਹਟੇ ਤਾਂ ਉਸ ਮਾਈ ਨੇ ਮੇਰੇ ਸਾਥੀਆਂ ਨੂੰ ਕਿਹਾ, ਵੀਰਾ ਤੁਸੀਂ ਹੁਣ ਡੇਰੇ ਜਾਓ, ਇਹ ਸਾਡਾ ਪ੍ਰਾਹੁਣਾ ਹੈ। ਆਹ ਕੁੜੀਆਂ ਚਿੜੀਆਂ ਜ਼ਰਾ ਹੱਸਣਾ ਖੇਡਣਾ ਜੀ ਪਰਚਾਉਣਾ ਚਾਹੁੰਦੀਆਂ ਨੇ। ਸਾਥੀ ਉੱਠ ਕੇ ਚਲੇ ਗਏ। ਮੇਰੇ ਮਨ ਵਿੱਚ ਘਬਰਾਹਟ ਤਾਂ ਕੋਈ ਨਹੀਂ ਸੀ, ਸਗੋਂ ਖੁਸ਼ੀ ਹੀ ਸੀ। ਪਰ ਮੈਂ ਉਹਨਾਂ ਦੇ ਹਾਸੇ ਠੱਠੇ ਦਾ ਖੁੱਲ੍ਹ ਕੇ ਉੱਤਰ ਨਹੀਂ ਸਾਂ ਦੇ ਸਕਦਾ, ਕਿਉਂਕਿ ਮੈਂ ਪ੍ਰਚਾਰਕ ਬਣ ਕੇ ਉੱਥੇ ਗਿਆ ਸਾਂ। ਉਹ ਬੀਬੀਆਂ ਘੰਟਾ ਪੌਣਾ ਘੰਟਾ ਹਾਸਾ ਠੱਠਾ ਕਰਦੀਆਂ ਰਹੀਆਂ। ਮੈਂ ਕਿਸੇ ਗੱਲ ਦਾ ਸੰਕੋਚਮਾ ਜਿਹਾ ਉੱਤਰ ਦਿੰਦਾ, ਕਿਉਂਕਿ ਰਾਂਝੇ ਵਾਂਗ ਨਵਾਂ ਜੋਗੀ ਪ੍ਰਚਾਰਕ ਬਣਿਆ ਸਾਂ। ਇੱਕ ਮੁਟਿਆਰ ਜ਼ਰਾ ਅੱਗੇ ਵਧੀ, ਭਾਈਆ ਜੀ ਸੱਚੀ ਸਾਡੀ ਭੈਣ ਸਾਡੇ ਸਾਰੀਆਂ ਨਾਲੋਂ ਸੋਹਣੀ ਹੈ। ਤੂੰ ਸਾਡੇ ਵੱਲ ਤੱਕਦਾ ਵੀ ਨਹੀਂ। ਤੁਸੀਂ ਸਾਰੀਆਂ ਹੀ ਸੋਹਣੀਆਂ ਤੇ ਸਿਆਣੀਆਂ ਹੋ। ਤੁਹਾਡੀ ਭੈਣ ਵੀ ਤੁਹਾਡੇ ਵਰਗੀ ਹੀ ਹੈ। ਮੈਂ ਸੰਕੋਚਵਾਂ ਜਿਹਾ ਉੱਤਰ ਦਿੱਤਾ। ਵਾਹਵਾ ਚਿਰ ਇਸ ਤਰ੍ਹਾਂ ਹਾਸਾ ਠੱਠਾ ਹੁੰਦਾ ਰਿਹਾ। ਹਰ ਮੁਟਿਆਰ ਨੇ ਕੁਛ ਨਾ ਕੁਛ ਕਿਹਾ। ਇਨਸਾਨੀ ਸੁਭਾਅ, ਹਰ ਇੱਕ ਦੱਸਣਾ ਚਾਹੁੰਦਾ ਏ ਕਿ ਮੈਂ ਵੀ ਹਾਂ। ਅਖੀਰ ਉਸ ਮਾਈ ਨੇ ਗੱਲ ਮੁਕਾਉਣ ਵਾਸਤੇ ਕਿਹਾ, ਵੇ ਬੀਬਾ ਉਂਝ ਤਾਂ ਤੂੰ ਪਹਿਲਾਂ ਵੀ ਸਾਡਾ ਪ੍ਰਾਹੁਣਾ ਹੈ, ਪਰ ਜੇ ਦੂਜਾ ਵਿਆਹ ਕਰਾਉਣ ਦਾ ਇਰਾਦਾ ਹੋਵੇ ਤਾਂ ਆਹ ਵੇਖ ਸੋਨੇ ਰੰਗੀਆਂ ਤੇਰੇ ਸਾਹਮਣੇ ਖੜੀਆਂ ਨੇ। ਜਿਹਦੇ ਤੇ ਹੱਥ ਧਰੇ ਭਲਕੇ ਤੇਰੇ ਨਾਲ ਤੋਰ ਦੂੰ। ਸਾਰੇ ਵਿਹੜੇ ਵਿੱਚ ਹਾਸਾ ਗੂੰਜ ਉੱਠਿਆ। ਇੱਕ ਸ਼ੋਖ ਜਿਹੀ ਤਾਈ ਦਾ ਮੋਢਾ ਹਿਲਾਉਂਦੀ ਹੋਈ ਬੋਲੀ, ਤਾਈ ਕਿਸੇ ਦੀ ਰਈ ਨਾ ਕਰੀ, ਚੂਹੀ ਚੂਹਾ ਖਿਚਾ ਲਈ, ਜਿਹਦੀ ਕਿਸਮਤ ਜਾਗ ਪਵੇ। ਫਿਰ ਸਾਰੇ ਹਾਸਾ ਗੂੰਜ ਉੱਠਿਆ। ਮੈਂ ਤਾਂ ਇੱਕ ਸ਼ਰਤ ਤੇ ਤਿਆਰ ਹਾਂ, ਭਈ ਜਿੱਥੇ ਜਾਇਆ ਕਰਾਂਗਾ ਨਾਲ ਜਾਇਆ ਕਰੂੰ। ਅਖੀਰ ਮੈਂ ਹੱਥ ਜੋੜ ਕੇ ਕਿਹਾ, ਮਾਂ ਜੀ ਤੁਸੀਂ ਸਾਰੀਆਂ ਇਹ ਅਰਦਾਸ ਕਰੋ ਕਿ ਮੇਰੀ ਪਹਿਲੀ ਹੀ ਉਮਰ ਭਰ ਸਾਥ ਨਿਭਾਉਣ ਵਾਲੀ ਹੋਵੇ। ਸਾਰੀ ਰਾਤ ਮੈਂ ਉਸੇ ਮਾਈ ਬਾਰੇ ਸੋਚਦਾ ਰਿਹਾ। ਅਗਲੇ ਦਿਨ ਇੱਕ ਬਜ਼ੁਰਗ ਕੋਲੋਂ ਪਤਾ ਲੱਗਾ ਕਿ ਉਹਦੇ ਘਰ ਲੜਕੀ ਹੋਈ ਤੇ ਅਗਲੇ ਸਾਲ ਉਹਦਾ ਪਤੀ ਗੁਜ਼ਰ ਗਿਆ। ਉਦੋਂ ਉਸ ਬੀਬੀ ਦੀ ਉਮਰ 20 ਸਾਲ ਤੋਂ ਘੱਟ ਸੀ। ਸਾਰੀ ਉਮਰ ਉਸਨੇ ਬੜੇ ਜਤ ਸੱਤ ਨਾਲ ਕੱਟੀ ਹੈ। ਉਹਦੀ ਲੜਕੀ ਹੁਣ ਆਪਣੇ ਘਰ ਬਾਲ ਬੱਚੇ ਵਾਲੀ ਹੈ। ਨੇੜੇ ਘਰਾਂ ਦੀਆਂ ਲੜਕੀਆਂ ਨੂੰ ਕੋਲ ਬੁਲਾ ਕੇ ਉਹ ਸਾਰਾ ਦਿਨ ਤੇ ਕਦੇ ਅੱਧੀ ਰਾਤ ਤੱਕ ਭੰਡਾਰ ਕੱਤਦੀ ਰਹਿੰਦੀ ਹੈ। ਬਸ ਹਰ ਵੇਲੇ ਕੁੜੀਆਂ ਨਾਲ ਹੱਸਦੀ ਰਹੇਗੀ। ਪਹਿਲੀਆਂ ਅਗਲੇ ਘਰੀ ਤੁਰ ਜਾਂਦੀਆਂ ਨੇ ਤਾਂ ਉਹਨਾਂ ਤੋਂ ਛੋਟੀਆਂ ਇਹਦੇ ਵਿਹੜੇ ਦੀ ਰੌਣਕ ਬਣ ਜਾਂਦੀਆਂ ਨੇ। ਸਾਰੇ ਪਿੰਡ ਵਿੱਚ ਇਸ ਦੀ ਬੜੀ ਇੱਜ਼ਤ ਹੈ, ਪਰ ਹੈਰਾਨ ਹਾਂ ਕਦੇ ਕਿਸੇ ਇਹਨੂੰ ਹੰਝੂ ਕੇਰਦਿਆਂ ਨਹੀਂ ਵੇਖਿਆ। ਬਸ ਹੱਸਦੀ ਰਹੇਗੀ। ਕਈ ਦਿਨ ਮੈਂ ਸੋਚਦਾ ਰਿਹਾ, ਉਹਦੇ ਬਨੌਟੀ ਹਾਸਿਆਂ ਥੱਲੇ ਕਿੰਨੇ ਹੌਕੇ ਵਿਲਕ ਰਹੇ ਨੇ। ਫੁੱਲਾਂ ਥੱਲੇ ਅੰਗਿਆਰ। ਉਹ ਮਾਈ ਮੇਰੇ ਨਾਵਲ ਜੰਗ ਜਾਂ ਅਮਨ ਵਿੱਚ ਤਾਈ ਸਾਬੋ ਬਣ ਕੇ ਆਈ ਹੈ।
ਦੋ ਸਤਜੁਗੀ ਦੇਵੀਆਂ। ਕਈ ਵੱਡੇ ਆਦਮੀ ਬੜੇ ਮਾਣ ਨਾਲ ਕਹਿਣਗੇ, ਮੇਰੇ 15 ਗੁਰੂ ਹਨ, ਮੇਰੇ 20 ਗੁਰੂ, ਮੇਰੇ 30 ਗੁਰੂ ਹਨ। ਉਹਨਾਂ ਦੀ ਭਾਸ਼ਾ ਵਿੱਚ ਗੁਰੂ ਸ਼ਬਦ ਉਸਤਾਦ ਨਾਲੋਂ ਵੀ ਘੱਟ ਮਹੱਤਤਾ ਰੱਖਦਾ ਹੈ। ਜਿਸ ਕੋਲੋਂ ਜ਼ਿੰਦਗੀ ਵਿੱਚ ਜਰਾ ਕੁ ਸੇਧ ਮਿਲੀ, ਉਸੇ ਨੂੰ ਹੀ ਗੁਰੂ ਕਹਿ ਲਿਆ। ਮਗਰ ਮੈਂ ਸਿੱਖ ਹਾਂ, ਮੈਂ 10 ਗੁਰੂ ਸਾਹਿਬਾਨ ਤੋਂ ਬਿਨਾਂ ਹੋਰ ਕਿਸੇ ਵਾਸਤੇ ਗੁਰੂ ਸ਼ਬਦ ਨਹੀਂ ਵਰਤ ਸਕਦਾ। ਇਸੇ ਵਾਸਤੇ ਮੈਂ ਉਹਨਾਂ ਬੀਬੀਆਂ ਵਾਸਤੇ ਸਤਜੁਗੀ ਦੇਵੀਆਂ ਸ਼ਬਦ ਵਰਤੇ ਹਨ। ਉਦੋਂ ਮੇਰੀ ਉਮਰ 27-28 ਸਾਲ ਦੀ ਸੀ। ਇੱਕ ਪਿੰਡ ਵਿੱਚ ਸਾਡਾ 2 ਦਿਨ ਦਾ ਪ੍ਰੋਗਰਾਮ ਸੀ। ਜਿਸ ਘਰ ਵਿੱਚ ਸਾਡਾ ਉਤਾਰਾ ਸੀ, ਉਹ ਅਮਰਧਾਰੀ ਸਿੰਘਾਂ ਦਾ ਘਰ ਸੀ। ਇੱਕ ਉਹਨਾਂ ਦੀ ਲੜਕੀ ਤੇ ਇੱਕ ਨੂੰਹ ਘੁੰਡ ਤੋਂ ਬਿਨਾਂ। ਦੋਵੇਂ 18-20 ਸਾਲ ਉਮਰ ਦੀਆਂ ਮੁਟਿਆਰਾਂ ਸਨ। ਮੈਨੂੰ ਉਹ ਬਾਬਾ ਜੀ ਤੇ ਮੇਰੇ ਸਾਥੀਆਂ ਨੂੰ ਵੀਰ ਜੀ ਕਹਿੰਦੀਆਂ ਸਨ। ਉਹਨਾਂ ਇਸ ਸ਼ਰਧਾ ਨਾਲ ਸਾਡੀ ਸੇਵਾ ਕੀਤੀ ਜਿਵੇਂ ਅਸੀਂ ਦੇਵਤੇ ਹੁੰਦੇ ਹਾਂ। ਮੇਰੇ ਦਿਲ ਵਿੱਚ ਆਈ, ਵੇਖ ਭਾਈ, ਚਾਹੀਦਾ ਤਾਂ ਇਹ ਹੈ ਕਿ ਜੋ ਕੁਛ ਇਹ ਦੇਵੀਆਂ ਤੈਨੂੰ ਸਮਝਦੀਆਂ ਹਨ, ਇਸ ਨਾਲੋਂ ਉੱਚਾ ਜੀਵਨ ਗੁਜ਼ਾਰੇ। ਨਹੀਂ ਤਾਂ ਜਿੰਨਾ ਉੱਚਾ ਤੂੰ ਇਸ ਵੇਲੇ ਇਹਨਾਂ ਦੀ ਨਜ਼ਰ ਵਿੱਚ ਹੈ, ਉਨਾ ਉੱਚਾ ਤਾਂ ਜ਼ਰੂਰ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿੱਚ 2-3 ਵਾਰ ਤਿਲਕਣ ਦਾ ਸਮਾਂ ਆਇਆ। ਉਹ ਦੋਵੇਂ ਬੱਚੀਆਂ ਪਥ ਪ੍ਰਦਰਸ਼ਕ ਬਣ ਕੇ ਮੇਰੇ ਸਾਹਮਣੇ ਆ ਜਾਂਦੀਆਂ ਰਹੀਆਂ ਤੇ ਮੈਂ ਤਿਲਕਣੋਂ ਬਚ ਗਿਆ। ਯਾਦ ਰੱਖੋ, ਤਿਲਕਣ ਥਾਂ ਤੋਂ ਥਿੜਕਦੇ ਆਦਮੀ ਨੂੰ ਜੇ ਕੋਈ ਬਾਹੋਂ ਫੜ ਕੇ ਸੰਭਾਲ ਲਵੇ ਤਾਂ ਉਹ ਸੰਭਲ ਜਾਂਦਾ ਹੈ, ਪਰ ਜੇ ਕੋਲੋਂ ਧੱਕਾ ਦੇਣ ਵਾਲਾ ਹੀ ਹੋਵੇ ਫਿਰ ਉਹਦੇ ਡਿੱਗਣ ਵਿੱਚ ਕੀ ਦੇਰ ਲੱਗਦੀ ਹੈ। ਲੜਕੀ ਵਾਸਤੇ ਅਰਦਾਸ। ਉਸ ਜ਼ਮਾਨੇ ਦੇ ਅਨਪੜ੍ਹ ਬਜ਼ੁਰਗ ਵੀ ਕਈ ਗੱਲਾਂ ਬੜੀਆਂ ਅਰਥ ਭਰਪੂਰ ਕਰਿਆ ਕਰਦੇ ਸਨ। ਪਰੇ ਵਿੱਚ ਬੈਠਿਆਂ ਉਹਨਾਂ ਕਹਿਣਾ, ਜਿਸ ਦੇ ਘਰ ਧੀ ਨਾ ਹੋਵੇ, ਉਸ ਘਰ ਕੰਨਿਆ ਦਾ ਰਿਸ਼ਤਾ ਕਦੇ ਨਾ ਕਰੋ। ਉਹਨੂੰ ਕੀ ਪਤਾ ਕਿ ਧੀ ਦੀ ਇੱਜ਼ਤ ਕੀ ਹੁੰਦੀ ਹੈ। ਮੇਰੇ ਮਾਤਾ ਜੀ ਨੇ ਵੀ ਕਹਿਣਾ, ਧੀ ਤੋਂ ਬਿਨਾਂ ਘਰ ਪਵਿੱਤਰ ਨਹੀਂ ਹੁੰਦਾ। ਗੁਰੂ ਦੀ ਕਿਰਪਾ 2 ਲੜਕਿਆਂ ਪਿੱਛੋਂ ਸਾਡੇ ਘਰ ਲੜਕੀ ਹੋਈ। ਸਾਰੇ ਪਰਿਵਾਰ ਨੇ ਖੁਸ਼ੀ ਮਨਾਈ, ਪਰ ਇਹ ਖੁਸ਼ੀ ਬਹੁਤਾ ਸਮਾਂ ਹੰਡਾਉਣੀ ਨਾ ਹੋਈ। ਸ਼ਾਇਦ ਉਹ ਥੋੜੀ ਉਮਰ ਲਿਖਾ ਕੇ ਆਏ ਸੀ, ਸਭੋ 8 ਕੁ ਮਹੀਨੇ। ਮੈਂ ਸਵੇਰ ਦਾ ਪ੍ਰਸ਼ਾਦਾ ਛਕਣ ਬੈਠਾ ਸਾਂ। ਉਹਨੇ ਸਹਿਜੇ ਸਹਿਜੇ ਮੇਰੀ ਥਾਲੀ ਨੂੰ ਹੱਥ ਆ ਪਾਇਆ। ਮੈਂ ਛੋਟੀ ਜੀ ਬੁਰਕੀ ਉਹਦੇ ਮੂੰਹ ਵਿੱਚ ਦੇ ਦਿੱਤੀ। ਬਸ ਮੇਰੀ ਕਮਾਈ ਵਿੱਚੋਂ ਉਹਦੇ ਹਿੱਸੇ ਇੰਨਾ ਕੁਛ ਹੀ ਸੀ। ਉਸੇ ਸ਼ਾਮ ਉਹ 2-4 ਘੜੀਆਂ ਬਿਮਾਰ ਹੋ ਕੇ ਤੁਰ ਗਈ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਪਰ ਅਜੇ ਤੱਕ ਉਹ ਸਾਨੂੰ ਭੁੱਲੀ ਨਹੀਂ। ਕਈ ਵਾਰ ਉਹ ਭੋਲੀ ਭਾਲੀ ਸੂਰਤ ਅੱਖਾਂ ਸਾਹਮਣੇ ਆ ਜਾਂਦੀ ਹੈ, ਖਾਸ ਕਰਕੇ ਜਦੋਂ ਮੈਂ ਪ੍ਰਸ਼ਾਦ ਛਕਣ ਬੈਠਦਾ ਹਾਂ। ਚੌਥਾ ਬੱਚਾ ਸਾਡੇ ਘਰ ਫਿਰ ਲੜਕਾ ਹੋਇਆ, ਡਾਕਟਰ ਰਘਬੀਰ ਸਿੰਘ, ਜਿਸ ਨੇ ਪਰਿਵਾਰ ਦਾ ਕਾਫੀ ਨਾਮ ਉੱਚਾ ਕੀਤਾ ਹੈ। ਅਗਲੀ ਵਾਰ ਫਿਰ ਅਰਦਾਸਾਂ ਸ਼ੁਰੂ ਹੋਈਆਂ। ਸਵੇਰੇ ਉੱਠਦਿਆਂ ਮਾਤਾ ਜੀ ਨੇ ਹੱਥ ਜੋੜ ਕੇ ਕਹਿਣਾ, ਗੁਰੂ ਮਹਾਰਾਜ, ਜਦੋਂ ਮੈਂ ਨਹੀਂ ਸਾਂ ਚਾਹੁੰਦੀ ਉਦੋਂ ਧੀਆਂ ਹੀ ਤੁਰੀਆਂ ਆਉਂਦੀਆਂ ਸਨ, ਤੇ ਹੁਣ ਸਾਰਾ ਪਰਿਵਾਰ ਝੋਲੀ ਅੱਡ ਕੇ ਮੰਗਦੇ ਹਾਂ, ਸਾਨੂੰ ਇੱਕ ਕੰਨਿਆ ਬਖਸ਼ ਦੇ, ਪਰ ਜਿਉਣੀ ਜਾਗਣੀ ਹੋਵੇ। ਮੇਰੇ ਮਾਤਾ ਜੀ ਹੀ ਨਹੀਂ, ਅਸੀਂ ਦੋਵੇਂ ਜੀ ਵੀ ਅਰਦਾਸਾਂ ਕਰਦੇ ਸਾਂ। ਅੰਤ ਉਹਦੇ ਘਰ ਸੁਣੀ ਗਈ। ਸਾਡੇ ਘਰ ਸ਼ਨੀਚਰਵਾਰ 7 ਕੱਤਕ 1984 ਬਿਕਰਮੀ ਭਾਵ 23 ਅਕਤੂਬਰ 1937 ਈਸਵੀ ਨੂੰ ਬੀਬੀ ਮਹਿੰਦਰ ਕੌਰ ਹੋਈ। ਇਸ ਵੇਲੇ ਉਹ ਸਾਡੇ ਨੇੜੇ ਹੈ। ਅਰਾਗੀਆਂ ਦੀਆਂ ਕਮਜ਼ੋਰੀਆਂ। ਅਸਾਂ ਖਾਨੇਵਾਲ ਜਾਣਾ ਸੀ। ਕਸੂਰੋਂ ਚੜ੍ਹ ਕੇ ਰਾਏਵਿੰਡ ਗੱਡੀ ਬਦਲਣੀ ਸੀ। ਇੱਕ ਸਾਡਾ ਜਥਾ ਸੀ ਤੇ ਇੱਕ ਰਾਗੀ ਜਥਾ। ਗੱਡੀ ਚੱਲਣ ਵਾਲੀ ਸੀ ਜਾਂ ਉਸੇ ਡੱਬੇ ਵਿੱਚ ਇੱਕ ਹੋਰ ਸੱਜਣ ਆ ਚੜੇ। ਕੀਰਤਨ ਕਰਨ ਵਾਲਾ ਬਹੁਤਿਆਂ ਨੂੰ ਨਹੀਂ ਜਾਣਦਾ, ਪਰ ਸਰੋਤੇ ਉਸ ਨੂੰ ਜਾਣਦੇ ਹਨ। ਉਹ ਸੱਜਣ ਦੇ ਹੱਥ ਵਿੱਚ ਇੱਕ ਥੈਲਾ ਸੀ, ਜਿਸ ਵਿੱਚ ਕੁਝ ਫਲ ਸਨ। ਮੈਨੂੰ ਵੇਖ ਕੇ ਉਹਨੇ ਬੜੀ ਸ਼ਰਧਾ ਨਾਲ ਫਤਿਹ ਬੁਲਾਈ ਤੇ ਫਲ ਪੇਸ਼ ਕਰਨੇ ਚਾਹੇ। ਮੈਂ ਬੜੇ ਆਦਰ ਨਾਲ ਬੇਨਤੀ ਕੀਤੀ, ਸਿੰਘ ਸਾਹਿਬ, ਇਹ ਫਲ ਤੁਸੀਂ ਬੱਚਿਆਂ ਵਾਸਤੇ ਲਿਆਂਦੇ ਨੇ। ਸਾਡਾ ਇੱਥੇ ਹੋਣ ਦਾ ਤਾਂ ਤੁਹਾਨੂੰ ਪਤਾ ਵੀ ਨਹੀਂ ਸੀ। ਸਾਨੂੰ ਪਹੁੰਚ ਗਏ, ਤੁਸੀਂ ਸਾਡੇ ਵੱਲੋਂ ਬੱਚਿਆਂ ਵਾਸਤੇ ਲੈ ਜਾਓ। ਮੇਰੇ 2-4 ਵਾਰ ਨਾ ਕਰਨ ਤੇ ਉਸ ਰਾਗੀ ਤੋਂ ਜਰਿਆ ਨਾ ਗਿਆ। ਮੈਨੂੰ ਸੰਬੋਧਨ ਕਰਕੇ ਉਸਨੇ ਕਿਹਾ, ਗਿਆਨੀ ਜੀ, ਤੁਸੀਂ ਤਾਂ ਕਿਸੇ ਸ਼ਰਧਾਲੂ ਦੀ ਸ਼ਰਧਾ ਦਾ ਵੀ ਆਦਰ ਨਹੀਂ ਕਰਦੇ। ਫਿਰ ਉਹਨੇ ਉਸ ਸੱਜਣ ਵੱਲ ਤੱਕਦਿਆਂ ਕਿਹਾ, ਲਿਆਓ ਗੁਰਮੁਖ ਜੀ, ਤੁਹਾਡੀ ਭੇਟਾ ਪ੍ਰਵਾਨ। ਗੁਰੂ ਮਹਾਰਾਜ ਭਾਵਨੀਆਂ ਪੂਰਨ ਕਰਨ। ਨਾਲ ਹੀ ਉਹਨੇ ਉਹਦੇ ਝੋਲੇ ਵਿੱਚੋਂ ਫਲ ਕੱਢ ਕੇ ਆਪਣੇ ਝੋਲੇ ਵਿੱਚ ਪਾ ਲਏ। ਉਹ ਸੱਜਣ ਰਾਜਾ ਜੰਗ ਸਟੇਸ਼ਨ ਤੋਂ ਉਤਰ ਗਿਆ।
ਰਾਏਵਿੰਡ ਤੋਂ ਗੱਡੀ ਬਦਲ ਕੇ ਅਸੀਂ ਦੂਸਰੀ ਵਿੱਚ ਬੈਠ ਗਏ। ਰਾਗੀ ਸਿੰਘ ਨੇ ਝੋਲੇ ਵਿੱਚੋਂ ਫਲ ਕੱਢ ਕੇ ਕਿਹਾ, ਲਓ ਗਿਆਨੀ ਜੀ ਭੋਗ ਲਾਓ। ਮੈਂ ਜ਼ਰਾ ਕੁ ਵਿਅੰਗ ਨਾਲ ਕਿਹਾ, ਗੁਰੂ ਕੇ ਲਾਲ, ਇਹ ਮੈਨੂੰ ਨਹੀਂ ਪਚਣੇ, ਤੁਸੀਂ ਛਕੋ। ਵਾਹ ਗਿਆਨੀ ਜੀ, ਤੁਸੀਂ ਤਾਂ ਨਿਰੇ ਵਹਿਮੀ ਹੋ। ਉਹਨੇ ਹੱਸਦਿਆਂ ਹੱਸਦਿਆਂ ਕਿਹਾ, ਜੇ ਇਹੋ ਜੇ ਬੁੱਧੂ ਨਾ ਆਉਣਾ ਤਾਂ ਸਾਡਾ ਹਲਵਾ ਮੰਡਾ ਕਿੱਥੋਂ ਚੱਲੇ। ਚੋਖਾ ਚਿਰ ਮੈਂ ਉਸ ਸੱਜਣ ਦੇ ਮੂੰਹ ਵੱਲ ਵੇਂਦਾ ਰਿਹਾ। ਕੁਝ ਸਮਾਂ ਪਹਿਲਾਂ ਜਿਹੜਾ ਸਿੱਖ ਸ਼ਰਧਾਲੂ ਸੀ ਉਹ ਬੁੱਧੂ ਬਣ ਗਿਆ। ਇਸ ਤੋਂ ਵੀ ਮਾੜੀ ਗੱਲ ਸ਼ਿਮਲੇ ਵਾਪਰੀ। ਜਿਹੜੇ ਸੱਜਣ ਸਾਨੂੰ ਪਿਆਰ ਨਾਲ ਬੁਲਾਉਂਦੇ ਹਨ ਉਹ ਵੇਤਨ ਅਨੁਸਾਰ ਸੇਵਾ ਵੀ ਕਰਦੇ ਹਨ। ਮੇਰੀਆਂ ਲੋੜਾਂ ਬੜੀਆਂ ਥੋੜੀਆਂ ਹਨ। ਯਾਦ ਰੱਖੋ, ਥੋੜੀਆਂ ਲੋੜਾਂ ਵਿੱਚ ਹੀ ਸੁੱਖ ਹੈ। ਜਿਉਂ-ਜਿਉਂ ਕੋਈ ਲੋੜਾਂ ਤੇ ਖਾਸ਼ਾਂ ਵਧਾਉਂਦਾ ਜਾਵੇਗਾ ਤਿਉਂ-ਤਿਉਂ ਦੁੱਖ ਤੇ ਕਲੇਸ਼ ਵੱਧਦਾ ਜਾਵੇਗਾ। ਨਾ ਮੈਂ ਚਾਹ ਪੀਂਦਾ ਹਾਂ, ਨਾ ਤਲੀ ਹੋਈ ਮਠਿਆਈ ਖਾਂਦਾ ਹਾਂ। ਜ਼ਰੂਰੀ ਲੋੜ ਹੈ ਕੀਰਤਨ ਕਰਨ ਪਿੱਛੋਂ ਥੋੜਾ ਜਿਹਾ ਦੁੱਧ, ਤਾਂ ਕਿ ਆਵਾਜ਼ ਦੇਣ ਵਾਲੀਆਂ ਪੱਤਰੀਆਂ ਜ਼ਰਾ ਨਿੱਘੀਆਂ ਰਹਿਣ। ਇਹ ਹਰ ਥਾਂ ਮਿਲ ਜਾਂਦਾ ਹੈ। ਸ਼ਿਮਲੇ ਸਾਥੋਂ ਪਹਿਲਾਂ ਇੱਕ ਰਾਗੀ ਜਥੇ ਨੇ ਕੀਰਤਨ ਕੀਤਾ। ਫਿਰ ਅਸਾਂ ਗੁਰੂ ਘਰ ਦੀ ਕੋਈ ਵਾਰ ਗਾਵੀ। ਦੁੱਧ ਛਕ ਕੇ ਅਸੀਂ ਬਾਜ਼ਾਰ ਵਿੱਚ ਨਿਕਲੇ ਤਾਂ ਅੱਗੋਂ ਇੱਕ ਸ਼ਰਧਾਲੂ ਮਿਲ ਪਿਆ। ਇੱਕ ਹਲਵਾਈ ਦੀ ਦੁਕਾਨ ਕੋਲ ਉਹ ਬੜੀ ਸ਼ਰਧਾ ਨਾਲ ਕਹਿਣ ਲੱਗਾ, ਸ਼ੀਤਲ ਜੀ, ਮੇਰੀ ਸ਼ਰਧਾ ਹੈ, ਮੈਂ ਤੁਹਾਨੂੰ ਦੁੱਧ ਛਕਾਉਣਾ ਹੈ। ਗੁਰੂ ਕੇ ਲਾਲ, ਅਸੀਂ ਹੁਣੇ ਗੁਰਦੁਆਰਿਓਂ ਦੁੱਧ ਨਾਲ ਪ੍ਰਸੰਨ ਹੋ ਕੇ ਆਏ ਹਾਂ, ਲੋੜ ਹੁੰਦੀ ਤਾਂ ਜ਼ਰੂਰ ਛਕ ਲੈਂਦੇ। ਉਹ ਸੱਜਣ ਬਹੁਤੀ ਹੀ ਜਿੱਦ ਕਰਨ ਲੱਗਾ ਤਾਂ ਮੈਂ ਕਿਹਾ, ਤੁਸੀਂ ਇਸ ਵਾਸਤੇ ਜ਼ੋਰ ਦਿੰਦੇ ਹੋ ਨਾ ਕਿ ਦੁੱਧ ਛਕ ਕੇ ਅਸੀਂ ਤੁਹਾਡੇ ਹੱਕ ਵਿੱਚ ਅਰਦਾਸ ਕਰੀਏ, ਪਰ ਜੇ ਅਸੀਂ ਛਕ ਕੇ ਔਖੇ ਹੋਏ ਤਾਂ ਸਾਡੇ ਅੰਦਰੋਂ ਭਲਾ ਹੋਵੇ ਕਿਵੇਂ ਨਿਕਲੇਗਾ। ਰਾਗੀ ਨੇ ਵੇਖਿਆ ਕਿ ਸਾਮੀ ਹੱਥੋਂ ਜਾਂਦੀ ਹੈ ਤਾਂ ਉਸ ਤੋਂ ਰਿਹਾ ਨਾ ਗਿਆ। ਉਹ ਬਿਨਾਂ ਬੁਲਾਏ ਹੀ ਬੋਲ ਪਿਆ, ਗੁਰੂ ਘਰ ਦੇ ਸ਼ਰਧਾਵਾਨ ਸਿੰਘ ਸਾਹਿਬ ਜੀਓ, ਗਿਆਨੀ ਜੀ ਠੀਕ ਕਹਿੰਦੇ ਨੇ, ਅਸੀਂ ਦੋਵੇਂ ਜਥੇ ਦੁੱਧ ਨਾਲ ਰੱਜ ਕੇ ਆਏ ਹਾਂ। ਤੁਸੀਂ ਪੈਸੇ ਦੇ ਦਿਓ, ਅਸੀਂ ਤੁਹਾਡੇ ਨਾਂ ਦਾ ਫਿਰ ਛਕ ਲਵਾਂਗੇ। ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਜਾਂ ਉਸ ਰਾਗੀ ਨੇ ਪੈਸੇ ਲੈ ਲਏ, ਫਿਰ ਉਹ ਸੱਜਣ ਮੈਨੂੰ ਵੀ ਪੈਸੇ ਲੈਣ ਵਾਸਤੇ ਜ਼ੋਰ ਲਾਉਣ ਲੱਗਾ। ਮੈਂ ਹੱਥ ਜੋੜ ਕੇ ਕਿਹਾ, ਸਿੰਘਾ, ਜੇ ਕੁਝ ਕਰ ਸਕਦਾ ਹੈ ਤਾਂ ਮੇਰੇ ਹੱਕ ਵਿੱਚ ਅਰਦਾਸ ਕਰ ਕਿ ਗੁਰੂ ਮਹਾਰਾਜ ਮੈਨੂੰ ਇਹੋ ਜਿਹੀਆਂ ਕਮਜ਼ੋਰੀਆਂ ਤੋਂ ਬਚਾਈ ਰੱਖੇ। ਜ਼ਮਾਨਾ ਬੀਤ ਗਿਆ ਏ ਪਰ ਅਜੇ ਤੱਕ ਮੈਨੂੰ ਉਹ ਘਟਨਾ ਭੁੱਲੀ ਨਹੀਂ। ਅਭੁੱਲ ਯਾਦਾਂ ਭਾਗ 6ਵਾਂ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।